गुड मॉर्निंग स्टूडेंट्स। ਆਪਾਂ ਨੂੰ ਜਿਵੇਂ ਪਤਾ ਹੀ ਆਪਾਂ 5th ਚੈਪਟਰ ਕਰ ਰਹੇ ਹਾਂ ਆਪਣੀ ਇਕਨੋਮਿਕਸ ਬੁੱਕ ਦਾ। ਠੀਕ ਹੈ, ਉਹਦਾ ਨਾਮ ਕੀ ਆ? ਸੈਂਟਰਲ ਬੈਂਕ ਐਂਡ ਕਮਰਸ਼ੀਅਲ ਬੈਂਕ। ਮਤਲਬ ਫॉर ਪੰਜਾਬੀ ਮੀਡੀਅਮ ਸਟੂਡੈਂਟਸ ਲਈ ਇਹ ਸੇਮ ਵੀਡੀਓ, ਕਿਉਂਕਿ ਮੈਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਹੀ ਟਰਾਂਸਲੇਟ ਕਰ ਰਹੀ ਹਾਂ। ਠੀਕ ਹੈ, ਉਹ ਆਪਣੇ ਨੋਟਸ ਦੇ ਨਾਲ ਕੀ ਹੈ ਕੰਪੇਅਰ ਕਰ ਲੈਣ। ਸੋ ਸੈਂਟਰਲ ਬੈਂਕ ਨੂੰ ਪੰਜਾਬੀ ਦੇ ਵਿੱਚ ਕੇਂਦਰੀ ਬੈਂਕ ਕਿਹਾ ਜਾਂਦਾ ਅਤੇ ਕਮਰਸ਼ੀਅਲ ਬੈਂਕ ਨੂੰ ਵਪਾਰਿਕ ਬੈਂਕ ਕਿਹਾ ਜਾਂਦਾ। ਇਨ ਜਨਰਲ ਵਰਡਸ ਆਪਾਂ ਦੇਖੀਏ ਕਿ ਵਪਾਰਿਕ ਬੈਂਕ ਹੁੰਦੇ ਕੀ ਆ, ਕਮਰਸ਼ੀਅਲ ਬੈਂਕ ਕੀ ਹੁੰਦੇ ਆ। ਕਮਰਸ਼ੀਅਲ ਬੈਂਕ ਆਪਾਂ ਨੂੰ ਪਤਾ ਜਿਹੜੇ ਬੈਂਕਾਂ ਨਾਲ ਆਪਾਂ ਡੀਲ ਕਰਦੇ ਹਾਂ ਆਪਾਂ ਆਮ ਲੋਕ। ਠੀਕ ਹੈ, ਜਿਵੇਂ ਕਿ ਜਿਨ੍ਹਾਂ ਵਿੱਚ ਆਪਣੇ ਅਕਾਊਂਟਸ ਵਗੈਰਾ ਬਣਾਏ ਹੋਏ ਆ ਉਹ ਕੀ ਆ, ਕਮਰਸ਼ੀਅਲ ਬੈਂਕਸ ਆ। ਠੀਕ ਹੈ, ਹੁਣ ਆਪਾਂ ਨੂੰ ਕਮਰਸ਼ੀਅਲ ਬੈਂਕ ਦੇ ਬਾਰੇ ਅੱਗੇ ਪੜ੍ਹਨ ਤੋਂ ਪਹਿਲਾਂ ਉਹਦੇ ਮੀਨਿੰਗਸ ਅਤੇ ਡੈਫੀਨੇਸ਼ਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ। ਸੋ ਪਹਿਲਾਂ ਆਪਾਂ ਇਹਦਾ ਮੀਨਿੰਗ ਦੇਖਦੇ ਹਾਂ। ਦੇਖੋ, ਆ ਬਿਜ਼ਨਸ ਆਰਗੇਨਾਈਜੇਸ਼ਨ ਵਿਚ ਡੀਲਸ ਵਿਦ ਬੋਰਿੰਗ ਐਂਡ ਲੈਂਡਿੰਗ ਆਫ ਮਨੀ ਇਜ਼ ਨੋਨ ਐਜ਼ ਦਾ ਕਮਰਸ਼ੀਅਲ ਬੈਂਕ। ਠੀਕ ਹੈ, ਇਹਦਾ ਮੀਨਿੰਗ ਕੀ ਹੈ? ਕਹਿੰਦੇ ਇਹ ਇੱਕ ਅਜਿਹੀ ਆਰਗੇਨਾਈਜੇਸ਼ਨ ਆ, ਬਿਜ਼ਨਸ ਮਤਲਬ ਇਹੋ ਜਿਹੀ ਸੰਸਥਾ ਜੋ ਬਿਜ਼ਨਸ ਕਰਦੀ ਆ, ਜੋ ਕਿਹਦੇ ਨਾਲ ਡੀਲ ਕਰਦੀ ਆ, ਜੋ ਮਨੀ ਨੂੰ ਕੀ ਕਰਦੀ ਆ, ਜਾਂ ਤਾਂ ਫਿਰ ਉਧਾਰ ਦਿੰਦੀ ਆ ਅਤੇ ਜਾਂ ਫਿਰ ਕੀ ਆ ਕਰਜ਼ੇ ਦਿੰਦੀ ਆ। ਠੀਕ ਹੈ, ਹੁਣ ਕੀ ਆ ਇਹੋ ਜਿਹੀ ਕਿਹੜੀ ਸੰਸਥਾ? ਆਪਾਂ ਨੂੰ ਪਤਾ ਵੀ ਇਹੀ ਕਮਰਸ਼ੀਅਲ ਬੈਂਕਸ ਆ ਜੋ ਕੀ ਆ ਉਧਾਰ ਲੈਂਦੇ ਆ ਜਾਂ ਫਿਰ ਕਰਜ਼ੇ ਵਗੈਰਾ ਦਿੰਦੇ ਆ। ਠੀਕ ਹੈ, ਦਾ ਮੇਨ ਮੋਟਿਵ ਆਫ ਕਮਰਸ਼ੀਅਲ ਬੈਂਕ ਇਜ਼ ਟੂ ਅਰਨ ਮੈਕਸੀਮਮ ਪ੍ਰੋਫਿਟ। ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਕੀ ਆ ਵੀ ਜਿਹੜੇ ਕਮਰਸ਼ੀਅਲ ਬੈਂਕਸ ਆ ਉਹ ਕਿਉਂ ਕੰਮ ਕਰ ਰਹੇ ਆ ਆਪਣੀ ਇੱਥੇ ਇਕੋਨਮੀ ਦੇ ਵਿੱਚ। ਫੋਰ ਉਹਨਾਂ ਦਾ ਉਦੇਸ਼ ਕੀ ਆ? ਸਿਰਫ ਉਹਨਾਂ ਦਾ ਇੱਕ ਹੀ ਉਦੇਸ਼ ਆ ਕਿ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ, ਮੈਕਸੀਮਮ ਪ੍ਰੋਫਿਟ ਅਰਨ ਕਰਨਾ। ਇਨ ਅਦਰ ਵਰਡਸ, ਦੂਸਰੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਆ ਕਮਰਸ਼ੀਅਲ ਬੈਂਕ ਇਜ਼ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਆਪਾਂ ਕਹਿ ਸਕਦੇ ਹਾਂ ਕਿ ਕਮਰਸ਼ੀਅਲ ਬੈਂਕ ਇੱਕ ਇਹੋ ਜਿਹੀ ਵਿੱਤੀ ਸੰਸਥਾ ਜਿਹਦੇ ਵਿੱਚ ਕੀ ਹੁੰਦਾ, ਵਿਚ ਅਸੈਪਟ ਡਿਪੋਜ਼ਿਟ ਫਰੋਮ ਦਾ ਪਬਲਿਕ, ਜੋ ਆਪਾਂ ਆਮ ਲੋਕ ਆ, ਠੀਕ ਹੈ, ਪਬਲਿਕ ਆ, ਉਹਦੇ ਕੀ ਕਰਦੇ ਆ ਪੈਸੇ ਵਗੈਰਾ ਨੂੰ ਜਾਂ ਜਮ੍ਹਾਂ ਨੂੰ ਡਿਪੋਜ਼ਿਟ ਕਰਦੇ ਆ, ਆਪਣੀ ਜਿਹੜੀ ਜਮ੍ਹਾਂ ਕਰਦੇ ਆ ਪੈਸੇ ਵਗੈਰਾ। ਠੀਕ ਹੈ, ਕਿਹਦੇ ਦੁਆਰਾ ਕੀਤੇ ਜਾਂਦੇ ਆ? ਕਮਰਸ਼ੀਅਲ ਬੈਂਕ। ਐਂਡ ਐਡਵਾਂਸ ਲੋਨਸ ਟੂ ਦਾ ਪਬਲਿਕ। ਠੀਕ ਹੈ, ਅਤੇ ਪਬਲਿਕ ਨੂੰ ਕੀ ਆ ਲੋਨ ਦਿੰਦੀ ਆ, ਕਰਜ਼ੇ ਵਗੈਰਾ ਦਿੰਦੀ ਆ। ਠੀਕ ਹੈ, ਆਪਾਂ ਨੂੰ ਪਤਾ ਵੀ ਆਪਾਂ ਕਰਜ਼ੇ ਕਿਉਂ ਲੈਂਦੇ ਆ ਜਾਂ ਫਿਰ ਪਬਲਿਕ ਆ ਜਿਹੜੀ ਲੋਨ ਵਗੈਰਾ ਕਿਉਂ ਲੈਂਦੇ ਆ, ਕਿਉਂਕਿ ਉਹਨਾਂ ਨੇ ਜਾਂ ਤਾਂ ਆਪਣੀ ਕੰਜ਼ੰਪਸ਼ਨ ਕਰਨੀ ਹੁੰਦੀ ਆ, ਉਪਭੋਗ ਕਰਨਾ ਹੁੰਦਾ, ਅਤੇ ਜਾਂ ਫਿਰ ਇਨਵੈਸਟਮੈਂਟ ਪਰਪਸ ਦੇ ਲਈ ਕੀ ਆ ਨਿਵੇਸ਼ ਕਰਨ ਦੇ ਲਈ ਉਹ ਕੀ ਆ ਕਰਜ਼ੇ ਲੈਂਦੀ ਆ। ਠੀਕ ਹੈ, ਇਸ ਤੋਂ ਅੱਗੇ ਆਪਾਂ ਕਹਿ ਸਕਦੇ ਹਾਂ ਵੀ ਕਮਰਸ਼ੀਅਲ ਬੈਂਕ ਇਹੋ ਜਿਹੀ ਵਿੱਤੀ ਸੰਸਥਾ, ਇਹੋ ਜਿਹੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ ਜਿੱਥੇ ਕੀ ਆ ਆਪਣੇ ਪੈਸਿਆਂ ਨੂੰ ਜਮ੍ਹਾਂ ਕੀਤਾ ਜਾਂਦਾ ਅਤੇ ਲੋਨ ਵਗੈਰਾ ਜਿਹੜੇ ਕੀ ਆ ਉਹਦੇ ਦੁਆਰਾ ਦਿੱਤੇ ਜਾਂਦੇ ਆ। ਇੱਦੋਂ ਅੱਗੇ ਆਪਾਂ ਇਹਦੀਆਂ ਡੈਫੀਨੇਸ਼ਨਸ ਨੂੰ ਕਰਾਂਗੇ। ਪਹਿਲਾਂ ਦੇਖੋ, ਫਸਟ ਡੈਫੀਨੇਸ਼ਨ ਜੋ ਕਿ ਦਿੱਤੀ ਗਈ ਹੈ ਦਾ ਇੰਡੀਅਨ ਕੰਪਨੀਜ਼ ਐਕਟ 1949 ਵਿੱਚ। ਠੀਕ ਹੈ, ਐਕਟ ਬਣਿਆ ਸੀ 1949 ਦੇ ਵਿੱਚ ਦਾ ਇੰਡੀਅਨ ਕੰਪਨੀਜ਼। ਠੀਕ ਹੈ, ਉਹਨਾਂ ਨੇ ਕੀ ਕਿਹਾ ਵੀ ਬੈਂਕਸ ਕੀ ਹੁੰਦੇ ਆ, ਕਮਰਸ਼ੀਅਲ ਬੈਂਕਸ ਕੀ ਹੁੰਦੇ ਆ, ਕੀ ਡੈਫੀਨੇਸ਼ਨ ਦੇਖੀ। ਦੇਖੋ, the accepting for the purpose of lending or investment of deposit of money from the public। ਠੀਕ ਹੈ, ਉਹ ਸੰਸਥਾ ਬੈਂਕਿੰਗ ਤੋਂ ਭਾਵ ਉਹ ਸੰਸਥਾ ਜਿਹੜੀ ਉਧਾਰ ਦੇਣ ਜਾਂ ਨਿਵੇਸ਼ ਦੇ ਉਦੇਸ਼ ਦੇ ਵਿੱਚ ਕੀ ਆ ਲੋਕਾਂ ਤੋਂ ਪੈਸੇ ਜਮ੍ਹਾਂ ਕਰਵਾਉਂਦੀ ਆ। ਮਤਲਬ ਉਹ ਪੈਸੇ ਜਮ੍ਹਾਂ ਕਿਉਂ ਕਰਵਾਉਂਦੀ ਹੈ ਲੋਕਾਂ ਤੋਂ? ਕਿਉਂਕਿ ਉਹਨਾਂ ਨੇ ਜਾਂ ਤਾਂ ਕਿਸੇ ਨੂੰ ਉਧਾਰ ਦੇਣਾ ਹੁੰਦਾ ਅਤੇ ਜਾਂ ਫਿਰ ਆਪਣੀ ਇਨਵੈਸਟਮੈਂਟ ਕਰਨੀ ਹੁੰਦੀ ਹੈ। ਠੀਕ ਹੈ, ਐਂਡ ਕੀ ਅੱਗੇ ਕੀ ਕਹਿੰਦੇ ਆ, ਰੀਪੇਏਬਲ ਔਨ ਡਿਮਾਂਡ ਫॉर ਅਦਰਵਾਈਜ਼ ਐਂਡ ਵਿਦਡਰਾਏਬਲ ਬਾਈ ਚੈੱਕ, ਡਰਾਫਟ, ਆਰਡਰ ਔਰ ਅਦਰਵਾਈਜ਼। ਠੀਕ ਹੈ, ਕੀ ਕਹਿੰਦੇ ਆ ਅਤੇ ਉਹਨਾਂ ਦੇ ਕੀ ਆ ਵੀ ਪੈਸਿਆਂ ਨੂੰ ਜਿਹੜੀ ਸਵੀਕਾਰ ਕਰਦੇ ਆ। ਠੀਕ ਹੈ, ਇੱਕ ਤਾਂ ਉਹ ਪੈਸੇ ਦਿੰਦੀ ਆ, ਠੀਕ ਹੈ, ਜਮ੍ਹਾਂ ਨੂੰ ਸਵੀਕਾਰ ਕਰਦੀ ਹੈ। ਕਿਉਂ ਕਰਦੀ ਹੈ? ਕਿਉਂਕਿ ਉਹਨਾਂ ਨੇ ਅੱਗੇ ਲੋਕਾਂ ਨੂੰ ਉਧਾਰ ਦੇਣਾ ਹੁੰਦਾ ਜਾਂ ਫਿਰ ਆਪਣਾ ਨਿਵੇਸ਼ ਕਰਨਾ ਹੁੰਦਾ। ਠੀਕ ਹੈ, ਜਾਂ ਫਿਰ ਕੀ ਆ ਉਹਨਾਂ ਨੂੰ ਭੁਗਤਾਨ ਕਿਵੇਂ ਕਰਦੀ ਹੈ? ਜੇ ਕਿਸੇ ਨੂੰ ਲੋੜ ਆ, ਠੀਕ ਹੈ, ਉਹ ਆਪਣੀ ਚੈੱਕ ਦੁਆਰਾ, ਡਰਾਫਟ ਦੁਆਰਾ ਪੈਸੇ ਇਹਨਾਂ ਤੋਂ ਕਢਵਾ ਸਕਦੀ ਆ।
ਇਸ ਤੋਂ ਅੱਗੇ ਇਹਦੀ ਅਗਲੀ ਡੈਫੀਨੇਸ਼ਨ ਆ ਦੇਖੋ, ਆ ਬੈਂਕ ਕਲੈਕਟ ਮਨੀ ਫਰੋਮ ਦੋਜ਼ ਹੂ ਹੈਵ ਇਟ ਟੂ ਸਪੇਅਰ ਔਰ ਹੂ ਆਰ ਸੇਵਿੰਗ ਇਟ ਆਊਟ ਆਫ ਇਨਕਮ। ਠੀਕ ਹੈ, ਬੈਂਕ ਉਹ ਸੰਸਥਾ ਜੋ ਮਨੀ ਨੂੰ ਕਲੈਕਟ ਕਰਦੀ ਹੈ ਤੇ ਉਹਨਾਂ ਨੂੰ ਜਮ੍ਹਾਂ ਕਰਦੀ ਹੈ ਜੋ ਲੋਕ ਆਪਣੀ ਇਨਕਮ ਦੇ ਵਿੱਚੋਂ ਬਚਾ ਕੇ ਸੇਵਿੰਗ ਕਰਨਾ ਚਾਹੁੰਦੀ ਹੈ। ਆਪਾਂ ਨੂੰ ਪਤਾ ਜਿਹੜੀ ਇਨਕਮ ਬਚ ਜਾਂਦੀ ਹੈ ਉਹ ਆਪਾਂ ਸੇਵ ਕਰ ਲੈਂਦੇ ਹਾਂ ਤੇ ਬੈਂਕ ਦੁਆਰਾ ਬੈਂਕ ਨੂੰ ਜਮ੍ਹਾਂ ਕਰਵਾ ਦਿੰਦੇ ਹਾਂ। ਠੀਕ ਹੈ, ਐਂਡ ਇਟ ਲੈਂਡਸ ਦਿਸ ਮਨੀ ਟੂ ਦੋਜ਼ ਹੂ ਰਿਕੁਆਇਰ ਇਟ, ਤੇ ਇਹ ਉਹਨਾਂ ਨੂੰ ਦੇ ਦਿੰਦੀ ਹੈ ਇਹ ਪੈਸਾ ਜਿਨ੍ਹਾਂ ਨੂੰ ਇਹਦੀ ਲੋੜ ਹੁੰਦੀ ਹੈ। ਠੀਕ ਹੈ, ਇਹਨੂੰ ਹੀ ਕੀ ਕਿਹਾ ਜਾਂਦਾ, ਕਮਰਸ਼ੀਅਲ ਬੈਂਕ ਜਾਂ ਫਿਰ ਬੈਂਕਸ ਕਿਹਾ ਜਾਂਦਾ। ਅੱਗੇ ਦੇਖੋ ਇਹਦੀ ਥਰਡ ਡੈਫੀਨੇਸ਼ਨ ਕੀ ਆ ਬੈਂਕਰ ਇਜ਼ ਵਨ ਹੂ, ਠੀਕ ਹੈ, ਇੱਕ ਬੈਂਕਰ ਉਹ ਵਿਅਕਤੀ ਨੂੰ ਕਹਿੰਦੇ ਆ ਇਨ ਦਾ ਆਰਡੀਨਰੀ ਕੋਰਸ ਆਫ ਹਿਜ਼ ਬਿਜ਼ਨਸ ਰਿਸੀਵਸ ਮਨੀ, ਠੀਕ ਹੈ, ਜੋ ਆਪਣੇ ਸਧਾਰਨ ਕਾਰੋਬਾਰ ਦੇ ਰੂਪ ਵਿੱਚ ਲੋਕਾਂ ਦਾ ਰੁਪਇਆ ਜਮ੍ਹਾਂ ਕਰਦਾ। ਠੀਕ ਹੈ, ਜੋ ਆਪਣੇ ਇੱਕ ਬੈਂਕਰ ਉਹ ਹੁੰਦਾ ਜੋ ਆਪਣੇ ਕਾਰੋਬਾਰ ਦੇ ਵਿੱਚ ਕੀ ਕਰਦਾ, ਲੋਕਾਂ ਦੇ ਪੈਸਿਆਂ ਨੂੰ ਕੀ ਆ ਰਿਸੀਵ ਕਰਦਾ, ਉਹਨਾਂ ਨੂੰ ਜਮ੍ਹਾਂ ਕਰਦਾ। ਠੀਕ ਹੈ, ਐਂਡ ਵਿਚ ਹੀ ਰੀਪੇਜ਼ ਬਾਈ ਆਨਰਿੰਗ ਚੈੱਕ ਆਫ persons from whom or on whose account he receives it, ਮਤਲਬ ਇਹ ਉਹਨਾਂ ਪੈਸਿਆਂ ਦੇ ਨਾਲ ਕੀ ਕਰਦਾ ਜੋ ਪੈਸੇ ਇਹਨਾਂ ਨੇ ਜਮ੍ਹਾਂ ਕੀਤੇ ਹੁੰਦੇ ਉਹਨਾਂ ਲੋਕਾਂ ਦੇ ਚੈੱਕਾਂ ਦਾ ਭੁਗਤਾਨ ਕਰਦਾ। ਠੀਕ ਹੈ, ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਇਆ ਹੁੰਦਾ। ਠੀਕ ਹੈ, ਪਹਿਲਾਂ ਇਹ ਜਮ੍ਹਾਂ ਕਰ ਦਿੰਦਾ ਤੇ ਫਿਰ ਉਹਨਾਂ ਨੂੰ ਜਿਹੜੇ ਉਹ ਪੈਸੇ ਜਮ੍ਹਾਂ ਹੋਏ ਹੁੰਦੇ ਆ ਉਹਨਾਂ ਨੂੰ ਕੀ ਆ ਦੁਬਾਰਾ ਜਿਨ੍ਹਾਂ ਨੂੰ ਚਾਹੀਦੇ ਆ ਪੈਸੇ, ਠੀਕ ਹੈ, ਉਹਨਾਂ ਨੂੰ ਕੀ ਆ ਇਹਨਾਂ ਦਾ ਭੁਗਤਾਨ ਕਰ ਦਿੰਦਾ। ਇਸ ਤੋਂ ਅੱਗੇ ਇਨ ਸ਼ਾਰਟ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਵੀ ਇਹਦੀ ਡੈਫੀਨੇਸ਼ਨ ਕੀ ਆ। ਉੱਪਰ ਦਿੱਤੀਆਂ ਸਾਰੀਆਂ ਜਿਹੜੀਆਂ ਡੈਫੀਨੇਸ਼ਨਸ ਆ ਉਹਨਾਂ ਨੂੰ ਮਿਲਾ ਕੇ ਇੱਕ ਡੈਫੀਨੇਸ਼ਨ ਬਣਾਈ ਗਈ ਹੈ। ਇਨ ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬੈਂਕ ਇਜ਼ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵਿਚ ਡੀਲਸ ਇਨ, ਠੀਕ ਹੈ, ਜਿਹੜਾ ਬੈਂਕ ਆ ਉਹ ਇੱਕ ਵਿੱਤੀ ਸੰਸਥਾ ਜੋ ਕਿ ਅਸੈਪਟਿੰਗ ਡਿਪੋਜ਼ਿਟਸ ਐਂਡ ਐਡਵਾਂਸਿੰਗ ਲੋਨਸ, ਜੋ ਕਿ ਕੀ ਕਰਦਾ ਜਮ੍ਹਾਂ ਰਾਸ਼ੀਆਂ ਸਵੀਕਾਰ ਕਰਦਾ ਅਤੇ ਕਰਜ਼ੇ ਦਿੰਦਾ। ਏਮਿੰਗ ਐਟ ਅਰਨਿੰਗ ਮੈਕਸੀਮਮ ਪ੍ਰੋਫਿਟ, ਅਤੇ ਮੁਨਾਫਾ ਕਮਾਉਣਾ ਇਸ ਦਾ ਉਦੇਸ਼ ਹੁੰਦਾ। ਠੀਕ ਹੈ, ਇੱਕ ਅਜਿਹੀ ਸੰਸਥਾ ਜੋ ਜਮ੍ਹਾਂ ਰਾਸ਼ੀਆਂ ਨੂੰ ਸਵੀਕਾਰ ਕਰਦਾ ਜਿਹਦੇ ਵਿੱਚ ਆਪਾਂ ਆਪਣੇ ਪੈਸੇ ਜਮ੍ਹਾਂ ਕਰਵਾ ਸਕਦੇ ਹਾਂ ਅਤੇ ਜਿਨ੍ਹਾਂ ਤੋਂ ਆਪਾਂ ਕਰਜ਼ੇ ਲੈ ਸਕਦੇ ਹਾਂ। ਅਤੇ ਇੱਕ ਇਹੋ ਜਿਹੀ ਵਿੱਤੀ ਸੰਸਥਾ ਜਿਨ੍ਹਾਂ ਦਾ ਮੁੱਖ ਮੋਟਿਵ ਕੀ ਆ ਸਿਰਫ ਔਰ ਸਿਰਫ ਮੈਕਸੀਮਮ ਪ੍ਰੋਫਿਟ ਪ੍ਰਾਪਤ ਕਰਨਾ। ਹੁਣ ਅੱਗੇ ਦੇਖੋ ਫੰਕਸ਼ਨਸ ਆਫ ਕਮਰਸ਼ੀਅਲ ਬੈਂਕਸ, ਜਿਵੇਂ ਆਪਾਂ ਸੈਂਟਰਲ ਬੈਂਕ ਦੇ ਫੰਕਸ਼ਨਸ ਕੀਤੇ ਸੀ ਉੱਦਾਂ ਹੀ ਆਪਾਂ ਜਿਹੜੇ ਕਮਰਸ਼ੀਅਲ ਬੈਂਕਸ ਦੇ ਜਿਹੜੇ ਫੰਕਸ਼ਨਸ ਨੂੰ ਕਰਾਂਗੇ। ਠੀਕ ਹੈ, ਇਹਨਾਂ ਦੇ ਫੰਕਸ਼ਨ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਪ੍ਰਾਇਮਰੀ ਫੰਕਸ਼ਨ ਅਤੇ ਸੈਕੰਡਰੀ ਫੰਕਸ਼ਨਸ। ਪ੍ਰਾਇਮਰੀ ਫੰਕਸ਼ਨ ਨੂੰ ਮੁੱਢਲੇ ਕਾਰਜ ਅਤੇ ਸੈਕੰਡਰੀ ਫੰਕਸ਼ਨ ਨੂੰ ਗੌਣ ਕਾਰਜ ਕਿਹਾ ਜਾਂਦਾ। ਅੱਗੇ ਜਾ ਕੇ ਜਿਹੜੇ ਪ੍ਰਾਇਮਰੀ ਫੰਕਸ਼ਨ ਆ ਉਹਨਾਂ ਨੂੰ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ। ਪ੍ਰਾਇਮਰੀ ਫੰਕਸ਼ਨ ਦਾ ਫਸਟ ਇਹ ਪਾਰਟ ਆ ਅਸੈਪਟਿੰਗ ਡਿਪੋਜ਼ਿਟਸ, ਮਤਲਬ ਰਾਸ਼ੀਆਂ ਨੂੰ ਜਮ੍ਹਾਂ ਕਰਨਾ, ਜਮ੍ਹਾਂ ਸਵੀਕਾਰ ਕਰਨਾ, ਅਤੇ ਐਡਵਾਂਸਿੰਗ ਲੋਨ 'ਤੇ ਕਰਜ਼ੇ ਦੇਣਾ। ਅੱਜ ਆਪਾਂ ਸਿਰਫ ਇੱਥੋਂ ਤੱਕ ਹੀ ਕਰਾਂਗੇ ਅਤੇ ਕੱਲ੍ਹ ਆਪਾਂ ਇਹਦੇ ਜਿਹੜੇ ਪ੍ਰਾਇਮਰੀ ਫੰਕਸ਼ਨਸ ਆ ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਥੈਂਕ ਯੂ ਸਟੂਡੈਂਟਸ।